biggest South Asian media group, Y Media. Y Media has newspaper, midweek, radio, South Asian Pulse, television. You are watching Channel Y. A South Asian Canadian channel. Online, SouthAsianDaily.com. The biggest South Asian media group, Y Media. You are watching Channel Y. A South Asian Canadian channel. जी ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਹਰਪ੍ਰੀਤ ਵਡੇਰਾ ਜੀ ਦਾ। ਹਰਪ੍ਰੀਤ ਜੀ ਤੁਹਾਡਾ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਫॉर ਹੈਵਿੰਗ ਮੀ। ਯੂ ਆਰ ਵੈਰੀ ਵੈਲਕਮ। ਔਰ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਜ਼ਰੂਰ ਦੱਸਣਾ ਚਾਹਾਂਗੇ ਕਿ ਹਰਪ੍ਰੀਤ ਵਡੇਰਾ ਜੀ 11 ਸਾਲ ਦਾ ਇਹਨਾਂ ਨੂੰ ਤਜਰਬਾ ਹੈਗਾ ਇਨ ਦ ਫੀਲਡ ਆਫ ਟੈਕਸ ਪਲੈਨਿੰਗ। CPA CA ਹੈਗੇ ਨੇ, ਚਾਰਟਰਡ ਅਕਾਊਂਟੈਂਟ ਹੈਗੇ ਨੇ ਔਰ ਬਹੁਤ ਵਧੀਆ ਤਜਰਬਾ ਹੈ। ਮੇਨ ਸਟ੍ਰੀਮ ਫਰਮ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੈਗਾ ਡਾਊਨਟਾਊਨ ਦੇ ਵਿੱਚ, ਜਿਹਦੇ ਕਾਰਨ ਕਿ ਡਿਫਰੈਂਟ ਕਲਾਇੰਟਸ ਨਾਲ ਇਹ ਡੀਲ ਕਰਨ ਦਾ ਇਹਨਾਂ ਨੂੰ ਬੜਾ ਵਾਸਟ ਐਕਸਪੀਰੀਅੰਸ ਹੈ। ਹਰਪ੍ਰੀਤ ਜੀ ਮੈਂ ਗੱਲ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਕਿ ਰੀਸੈਂਟਲੀ ਇੱਕ ਜਿਹੜੀ ਐਕਟੀਵਿਟੀ ਹੋਈ ਸੀਗੀ, ਇੱਕ ਕੰਪਨੀ ਜਿਹੜੀ ਸੀਗੀ ਜੀ ਉਹਨਾਂ ਨੇ ਕੁਝ ਜਿਹੜੇ ਲੋਕਾਂ ਨੂੰ ਸੁਜੈਸਟ ਕੀਤਾ ਸੀਗਾ ਕਿ ਵੈਲਦੀ ਕੁਝ ਕਲਾਇੰਟ ਸੀਗੇ ਕਿ ਜੀ ਪੈਸੇ ਆਫਸ਼ੋਰ ਕਲਾਇੰਟਸ ਦੇ ਸੀਗੇ। ਹੁਣ ਇਹ ਕਿਹਾ ਜਾ ਰਿਹਾ ਸੀਗਾ ਕਿ CRA ਨੇ ਉਹਨਾਂ ਨੂੰ ਐਮਨੈਸਟੀ ਆਫਰ ਕੀਤੀ, ਠੀਕ ਹੈ, ਵਿਚ ਵਾਸ ਕੁਆਇਟ ਇੰਟਰਸਟਿੰਗ ਕਿ ਵਾਈ ਵੁੱਡ CRA ਆਫਰ ਐਮਨੈਸਟੀ ਟੂ them ਕਿ ਠੀਕ ਹੈ ਜੀ। ਔਰ ਇਹਦੇ ਵਿੱਚ ਉਹਨਾਂ ਨੇ ਕੀ ਡਿਟੇਲ ਸੀਗੀਆਂ ਇਹ ਜ਼ਰਾ ਜ਼ਰੂਰ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ। ਸ਼ੋਰ। ਸੋ ਐਕਚੁਅਲੀ CBC ਨੇ ਬ੍ਰੇਕਿੰਗ ਨਿਊਜ਼ ਦਿੱਤੀ ਸੀ ਐਂਡ ਤੁਹਾਡੇ ਟਾਕ ਸ਼ੋ ਤੇ ਵੀ ਹੋਈ ਸੀ। ਬੇਸਿਕਲੀ ਕੀ ਸੀਗਾ ਕਿ KPMG ਦੇ ਕੋਈ ਵੈਲਥੀ ਕਲਾਇੰਟ ਸੀਗੇ which had foreign income and foreign properties out of Canada। ਸੋ ਜਦੋਂ ਤੁਸੀਂ ਕੈਨੇਡਾ ਦੇ ਰੈਜ਼ੀਡੈਂਟ ਹੈਗੇ ਹੋ ਤੁਹਾਡੀ ਪੂਰੀ ਵਰਲਡ ਵਾਈਡ ਇਨਕਮ ਤੇ ਟੈਕਸ ਹੁੰਦੀ ਹੈ। ਸੋ ਅਗਰ ਤੁਹਾਨੂੰ ਫੋਰਨ ਸੋਰਸ ਤੋਂ ਇਨਕਮ ਆ ਰਹੀ ਹੈ ਜਾਂ ਤੁਹਾਡੀ ਫੋਰਨ ਪ੍ਰੋਪਰਟੀ ਹੈਗੀ ਹੈ, ਇਨ ਐਡੀਸ਼ਨ ਟੂ ਪੇਇੰਗ ਟੈਕਸ ਯੂ ਹੈਵ ਅ ਕੰਪਲਾਇੰਸ ਰਿਪੋਰਟਿੰਗ, ਠੀਕ ਹੈ। ਸੋ ਜਿਹੜੇ ਉਹ ਵੈਲਥਿੰਗ ਕਲਾਇੰਟ ਸੀਗੇ ਉਹਨਾਂ ਨੇ ਆਪਣੀ ਇੱਕ ਤੇ ਇਨਕਮ ਨਹੀਂ ਰਿਪੋਰਟ ਕੀਤੀ ਐਂਡ ਸੈਕਿੰਡ ਵਾਜ਼ ਉਹਨਾਂ ਨੇ ਫੋਰਨ ਰਿਪੋਰਟਿੰਗ ਨਹੀਂ ਕੀਤੀ ਐਂਡ ਦਿਸ ਵਾਜ਼ ਸਮ KPMG's ਕੋਈ ਉਹਨਾਂ ਨੇ ਟੈਕਸ ਪਲਾਨ ਇਵੇਂ ਬਣਾਇਆ ਸੀਗਾ। ਸੋ CRA ਫਾਊਂਡ ਆਊਟ, ਠੀਕ ਹੈ। ਸੋ CRA ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਨਹੀਂ ਭਰੀ ਐਂਡ ਦੈਨ ਦੇਰ ਵਾਜ਼ ਸਮ ਡੀਲ KPMG ਦੇ ਐਂਡ ਉਹਨਾਂ ਦੇ ਵੈਲਥੀ ਕਲਾਇੰਟਸ ਹੈਗੇ ਆ। ਸੋ ਵੈਨ ਯੂ ਹੈਵ ਵੈਲਥੀ ਕਲਾਇੰਟਸ ਯੂ ਗੈਟ ਵੈਲਥੀ ਲਾਇਰਸ, ਰਾਈਟ। ਬਟ CRA ਮਾਈ ਪੁਆਇੰਟ ਆਫ ਵਿਊ ਇਜ਼ ਜੋ CRA ਇਜ਼ ਵਰਕਿੰਗ ਆਫ ਆਫ taxpayers money, right? So ਉਹਨਾਂ ਨੂੰ ਦੇਖਣਾ ਹੁੰਦਾ, cost benefit ਦੇਖਣਾ ਹੁੰਦਾ ਕਿ ਉਹਨਾਂ ਜਿਹੜੇ wealthy ਹੈਗੇ they can afford to have the high price lawyers, but CRA is using the Canadian taxpayers money. So they said, okay, how far can we take along this? So I think what happened is they offered an amnesty deal to those people to say, ਤੁਸੀਂ foreign income ਨਹੀਂ report ਕੀਤੀ, ਤੁਸੀਂ compliance form ਨਹੀਂ fill ਕੀਤਾ, do the foreign reporting, ਜਿਹੜੇ ਵੀ penalties ਹੈਗੇ they made a deal with them. The problem with that is Canada's the system ਇਹੋ ਜਿਹੀ ਹੈਗਾ ਕਿ everybody is equal. That's what the basis is. ਚਾਹੇ ਤੁਸੀਂ wealthy ਹੋ, ਚਾਹੇ ਤੁਸੀਂ you're not considered wealthy, right? You're a regular taxpayer. So if the CRA is giving those people amnesty, ਉਹਨਾਂ ਨੂੰ avoid ਕਰ ਸਕਦੇ ਆ to pay interest and penalties or ਜੋ ਵੀ ਹੈਗਾ, then the same situation should apply to every Canadian. But in every situation, I think from the CRA's point of view, you have to look at cost, the benefit ki hai. So do you want your taxpayers' money are going into fighting a case with the wealthy lawyers jehde afford kar sakde hai? So I think they made some kind of a deal where they said, you know what, it's not worth it for us to go on and fight with them, so ਅਸੀਂ ਇੱਥੇ settle ਕਰ ਲੈਂਦੇ ਹਾਂ। But obviously it's a big deal because all Canadians, every taxpayer is equal. ਇੱਕ ਹੋਰ ਅਹਿਮ ਸਵਾਲ ਹੈ ਕਿ ਜੀ ਇੰਡੀਆ ਦੇ ਵਿੱਚ ਸਾਡੇ ਬਹੁਤ ਸਾਰੇ ਦਰਸ਼ਕ ਐਸੇ ਹੋਣਗੇ ਜਿਨ੍ਹਾਂ ਦੀ ਆਪਣੀ ਜ਼ਮੀਨ ਹੈਗੀ ਹੈ, ਕਈ ਦਰਸ਼ਕ ਐਸੇ ਹੋਣਗੇ ਜਿਨ੍ਹਾਂ ਦੀ ਆਪਣੀ ਉੱਥੇ ਪ੍ਰੋਪਰਟੀਜ਼ ਹੈਗੀਆਂ, ਕਿਸੇ ਦਾ ਘਰ ਹੈਗਾ, ਕਿਸੇ ਨੇ ਈਵਨ ਇਨਵੈਸਟਮੈਂਟ ਪ੍ਰੋਪਰਟੀਜ਼ ਵੀ ਅੱਜ ਕੱਲ੍ਹ ਲੋਕ ਬੜੀਆਂ ਉੱਥੇ ਖਰੀਦਦੇ ਨੇ। ਸੋ ਕਿਆ ਉਹ ਜਿਹੜੀ ਕਿਸੇ ਦੀ ਜ਼ਮੀਨ ਹੈ ਉੱਥੇ ਜਾਂ ਕੋਈ ਸਾਡੀ ਇਨਕਮ ਉੱਥੋਂ ਆ ਰਹੀ ਹੈ ਸਾਨੂੰ, ਉਹ ਕਿਆ ਉਹ ਇਨਕਮ ਔਰ ਜ਼ਮੀਨ ਪ੍ਰੋਪਰਟੀ ਘਰ-ਬਾਰ ਉਹ ਇੱਥੇ ਰਿਪੋਰਟ ਕਰਨਾ ਪਏਗਾ ਸਾਨੂੰ? ਹਾਂਜੀ, ਐਜ਼ ਅ ਕੈਨੇਡੀਅਨ ਰੈਜ਼ੀਡੈਂਟ ਤੁਹਾਨੂੰ ਆਪਣੀ ਪੂਰੀ ਵਰਲਡ ਵਾਈਡ ਇਨਕਮ 'ਤੇ ਟੈਕਸ ਹੁੰਦਾ ਹੈ। ਸੋ ਲੈਟਸ ਸੇ ਤੁਹਾਡੀ ਇੰਡੀਆ ਪ੍ਰੋਪਰਟੀ ਹੈਗੀ ਹੈ, ਤੁਸੀਂ ਉੱਥੋਂ ਰੈਂਟਲ ਇਨਕਮ ਆ ਰਹੀ ਹੈ, ਦੈਟ ਰੈਂਟਲ ਇਨਕਮ ਹੈਜ਼ ਟੂ ਗੈਟ ਰਿਪੋਰਟਡ ਔਨ ਯੂਰ ਕੈਨੇਡੀਅਨ ਟੈਕਸ ਰਿਟਰਨ। ਅਤੇ ਜਿਹੜਾ ਤੁਸੀਂ ਇੰਡੀਆ ਵਿੱਚ ਟੈਕਸ ਪੇ ਕੀਤਾ ਹੈ, ਤੇ CRA ਹੈਜ਼ ਅ ਟੈਕਸ ਟ੍ਰੀਟੀ ਵਿਦ ਇੰਡੀਆ। ਸੋ ਜਿਹੜਾ ਤੁਸੀਂ ਟੈਕਸ ਪੇ ਕੀਤਾ ਯੂ ਗੈਟ ਅ ਫੋਰਨ ਟੈਕਸ ਕ੍ਰੈਡਿਟ ਔਨ ਯੂਰ ਕੈਨੇਡੀਅਨ ਰਿਟਰਨ। ਸੋ ਇਹ ਤਾਂ ਟੈਕਸ ਦੀ ਗੱਲ ਹੈ। ਸੈਕਿੰਡ ਥਿੰਗ ਇਜ਼ ਕੰਪਲਾਇੰਸ। ਅਗਰ ਤੁਹਾਡੀ ਫੋਰਨ ਪ੍ਰੋਪਰਟੀ ਦੀ ਕਾਸਟ ਇਜ਼ ਮੋਰ ਦੈਨ $100,000, you have to do a compliance form with the CRA. It's called 1135. ਤੇ ਅਗਰ ਤੁਸੀਂ ਉਹ form ਨਹੀਂ complete ਕੀਤਾ, then there's severe penalties, failure to file, failure to have foreign income reporting, etc.
ਠੀਕ ਹੈ। ਅੱਛਾ, ਇੱਕ ਹੋਰ ਬੜਾ ਕਾਮਨ ਜਿਹਾ ਕੁਐਸਚਨ ਹੈਗਾ ਕਿ ਲੋਕ ਕਹਿੰਦੇ ਕਿ ਸਾਡਾ ਆਪਣਾ ਬਿਜ਼ਨਸ ਹੈਗਾ, ਠੀਕ ਹੈ, ਔਰ ਗੱਡੀਆਂ ਅਸੀਂ ਤਕਰੀਬਨ ਅੱਜ ਕੱਲ੍ਹ ਲੀਜ਼ ਤੇ ਖਰੀਦ ਰਹੇ ਹਾਂ, ਠੀਕ ਹੈ, ਫਾਈਨੈਂਸਿੰਗ ਤੇ ਵੀ ਡੂ ਅੰਡਰਸਟੈਂਡ, ਬਟ ਵੈਨ ਯੂ ਆਰ ਬਾਇੰਗ ਔਨ ਲੀਜ਼, ਸੋ ਕੋਈ ਬੰਦੇ ਕਹਿੰਦੇ ਕਿ ਠੀਕ ਹੈ ਜੀ ਆਪਣਾ ਬਿਜ਼ਨਸ ਹੈਗਾ ਜਾਂ ਅਸੀਂ ਆਪਣਾ ਟਰੱਕਿੰਗ ਦੇ ਵਿੱਚ ਲੋਕਾਂ ਨੇ ਇਨਕੋਰਪੋਰੇਸ਼ਨ ਤਕਰੀਬਨ ਕਾਫੀ ਬੰਦਿਆਂ ਨੇ ਖੋਲੀ ਹੋਈ ਹੈ। ਸੋ ਜਦ ਤੁਸੀਂ ਇਨਕੋਰਪੋਰੇਸ਼ਨ ਖੋਲੀ ਹੈ, ਤੁਹਾਡਾ ਆਪਣਾ ਬਿਜ਼ਨਸ ਹੈ, ਤੇ ਜਿਹੜੀ ਗੱਡੀ ਹੈ ਉਹ ਕੰਪਨੀ ਦੇ ਨਾਂ ਦੇ ਉੱਤੇ ਲੀਜ਼ ਤੇ ਲੈਣੀ ਚਾਹੀਦੀ ਹੈ ਕਿ ਇੰਡੀਵਿਜੂਅਲ ਨਾਂ ਤੇ ਲੈਣੀ ਚਾਹੀਦੀ ਹੈ? ਸੋ ਇਹਦਾ ਸਵਾਲ ਮੈਂ ਇੱਕ ਐਗਜ਼ਾਮਪਲ ਦੇ ਨਾਲ ਦਵਾਂਗੀ ਬਿਕਾਜ਼ ਇਟਸ ਈਜ਼ੀਅਰ ਟੂ ਐਕਸਪਲੇਨ। ਸੋ ਲੈਟਸ ਸੇ ਕਿ ਤੁਹਾਡੀ ਆਪਣੀ ਕੰਪਨੀ ਹੈਗੀ ਹੈ, ਠੀਕ ਹੈ, ਐਂਡ ਤੁਸੀਂ ਗੱਡੀ ਲੈਂਦੇ ਹੋ, ਕੰਪਨੀ ਤੁਹਾਡੀ ਗੱਡੀ ਲੈਂਦੀ ਹੈ ਅੰਡਰ ਦ ਕੰਪਨੀਜ਼ ਨੇਮ, ਐਂਡ ਦੈਨ ਉਹ ਕੰਪਨੀ ਤੁਹਾਨੂੰ ਗੱਡੀ ਦਿੰਦੀ ਹੈ ਕਿ ਓਕੇ ਐਜ਼ ਐਨ EMPLOYEE ਯੂ ਯੂਜ਼ ਦਿਸ ਕਾਰ, ਠੀਕ ਹੈ। ਸੋ ਤੁਸੀਂ ਹਰ ਰੋਜ਼ ਆਪਣੇ ਘਰ ਤੋਂ ਕੰਮ ਤੇ ਆਉਂਦੇ ਹੋ, ਕੰਮ ਤੋਂ ਘਰ ਜਾਂਦੇ ਹੋ, ਵੀਕਐਂਡ ਤੇ ਗੱਡੀ ਯੂਜ਼ ਕਰਦੇ ਹੋ, ਈਵਨਿੰਗਸ ਵਿੱਚ ਯੂਜ਼ ਕਰਦੇ ਹੋ, ਸੋ ਯੂ ਹੈਵ ਸਮ ਪਰਸਨਲ ਪੋਰਸ਼ਨ ਆਫ ਦੈਟ ਕਾਰ। CRA ਕਹਿੰਦੀ ਹੈ no, you have a personal portion of that car, so you have a taxable benefit matlab tonu ode utte tax penda hai on whatever the personal portion is of that vehicle use. There's calculation, standby charge, operating cost, calculation ਹੈਗੀ ਹੈ which is based on the cost of the vehicle ਕਿ ਤੁਸੀਂ ਕਿੰਨਾ personal ਚਲਾਉਂਦੇ ਹੋ, ਕਿੰਨਾ ਤੁਸੀਂ business ਲਈ use ਕਰਦੇ ਹੋ, is it leased, financed, how old is the car, how much is the car, so it's a lot of calculations, but the gist of it is ਕਿ if you have a car in a business and ਉਹਦੇ ਨਾਲ ਕੋਈ ਵੀ personal portion attached ਹੈਗਾ, you have to have a taxable benefit ਜਿਹੜਾ ਤੁਹਾਡੀ T4 ਤੇ report ਹੁੰਦਾ ਹੈ, and then you have CPP and EI that apply on that amount as well, ਠੀਕ ਹੈ। It's a requirement of the company to withhold and to disclose it to the CRA. ਫਿਰ ਫਰਕ ਕੀ ਰਹਿ ਗਿਆ? ਫਿਰ ਤੇ ਮਤਲਬ ਕਿ JSC ਨੂੰ ਡਿਫਰੈਂਸ਼ੀਏਟ ਕਰਨਾ ਹੀ ਹੈ, ਫਿਰ ਤੇ ਚਾਹੇ ਤੁਸੀਂ ਪਰਸਨਲ ਨਾਮ ਤੇ ਲੀਜ਼ ਤੇ ਲੈ ਲਓ ਔਰ ਉਹਦਾ ਪੋਰਸ਼ਨ ਤੁਸੀਂ ਕੰਪਨੀ ਦੇ ਖਾਤੇ ਪਾ ਦਿਓ ਕਿ ਇੰਨਾ ਮੈਂ ਕੰਪਨੀ ਦੇ ਜਾਂ ਕੰਪਨੀ ਦੇ ਲੈ ਲਓ ਤਾਂ ਇੱਧਰ ਪਾ ਲਓ, ਫਿਰ ਦੈਨ ਇਟ ਰੀਅਲੀ ਡਸਨਟ ਮੇਕ ਮਚ ਆਫ ਅ ਡਿਫਰੈਂਸ। ਸੋ ਪਰਸਨਲੀ ਮੈਂ ਜੇ ਆਪਣੇ ਕਲਾਇੰਟਸ ਨੂੰ ਐਡਵਾਈਸ ਕਰਦੀ ਹਾਂ, ਅਗਰ ਤੁਹਾਡੇ ਕੋਲ ਲੈਟਸ ਸੇ ਇੱਕੋ ਹੀ ਗੱਡੀ ਹੈ for your whole family, right, ਤੇ it's very hard to argue that ਕਿ ਤੁਸੀਂ ਉਹ ਗੱਡੀ 100% ਬਿਜ਼ਨਸ ਲਈ ਯੂਜ਼ ਕਰ ਰਹੇ ਹੋ, very hard, right, ਕਿਉਂਕਿ how else ਕਿ ਤੁਸੀਂ ਵੀਕਐਂਡ ਤੇ ਕਿਵੇਂ ਆਪਣਾ ਕੰਮ ਕਰਦੇ ਹੋ, ਸ਼ਾਮੀ ਤੁਸੀਂ ਕਿਵੇਂ ਕਰ ਜਾਂਦੇ ਹੋ, so that's the first thing. If that's the case, then definitely don't buy the car in the business, okay. Second is ਕਿ ਤੁਸੀਂ ਕਿੰਨੀ ਕੁ ਗੱਡੀ ਆਪਣੀ ਪਰਸਨਲ ਲਈ ਯੂਜ਼ ਕਰ ਰਹੇ ਹੋ, ਕਿੰਨੀ ਕੁ ਗੱਡੀ ਤੁਸੀਂ ਆਪਣੇ ਬਿਜ਼ਨਸ ਲਈ ਯੂਜ਼ ਕਰ ਰਹੇ ਹੋ, and generally what I find is ਜਿਹੜਾ ਉਹ taxable benefit CRA ਤੁਹਾਨੂੰ ਦਿੰਦੀ ਹੈ, you know, the calculation, it's not worth it. It's better ਕਿ ਤੁਸੀਂ ਗੱਡੀ ਆਪਣੇ personal ਨਾਂ ਤੇ ਲਓ, and ਜਿਹੜੇ ਵੀ ਤੁਸੀਂ ਤੁਹਾਡੇ expenses ਹੈਗੇ, as you said, you get reimbursed by the company. Company ਤੁਹਾਨੂੰ reimburse ਕਰ ਦਿੰਦੀ ਹੈ for those expenses. They get written off in the company, and you know, eventually ਅੱਗੇ ਜਾ ਕੇ ਤੁਹਾਨੂੰ taxable benefit ਵੀ ਨਹੀਂ ਪੈਂਦਾ। ਅੱਜ ਕੱਲ੍ਹ ਲੋਕਾਂ ਦਾ ਖਬਰ ਆਈ ਸੀ, ਰਿਪੋਰਟ ਆਈ ਸੀ ਕਿ RRSP ਖਰੀਦਣ ਦੇ ਵਿੱਚ ਥੋੜਾ ਜਿਹਾ ਰੁਝਾਨ ਜਿਹੜਾ ਘਟ ਰਿਹਾ ਹੈਗਾ, ਸੋ ਕੁਝ ਲੋਕਾਂ ਨੂੰ ਕਹਿੰਦੇ ਕਿ ਇਹਦਾ ਬੜਾ ਫਾਇਦਾ RRSP ਤੋਂ, ਕੁਝ ਲੋਕਾਂ ਨੂੰ ਫਾਇਦਾ ਨਹੀਂ ਹੈ, ਸੋ ਕਿਹਨਾਂ ਲੋਕਾਂ ਨੂੰ RRSP ਦਾ ਫਾਇਦਾ ਔਰ ਕਿਹਨਾਂ ਨੂੰ ਨਹੀਂ ਫਾਇਦਾ? RRSP ਦੀ ਥਿੰਕਿੰਗ ਹੈਗੀ ਹੈ ਕਿ ਅਗਰ ਤੁਸੀਂ ਹੁਣ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਟੈਕਸੇਬਲ ਇਨਕਮ ਇਜ਼ ਹਾਈ, ਠੀਕ ਹੈ, ਸੋ ਤੁਸੀਂ RRSP ਵਿੱਚ ਕੰਟਰੀਬਿਊਟ ਕਰਦੇ ਹੋ, ਤੁਹਾਨੂੰ ਡਿਡਕਸ਼ਨ ਮਿਲਦਾ ਹੈ, ਤੇ ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਉਸ ਟਾਈਮ ਤੇ ਤੁਹਾਡੀ ਇਨਕਮ ਘੱਟ ਹੁੰਦੀ ਹੈ, ਸੋ ਜਦੋਂ ਤੁਸੀਂ RRSP ਤੋਂ ਤੁਹਾਡੇ ਪੈਸੇ ਨਿਕਲਦੇ ਆ, ਯੂ ਟੈਕਸ ਐਟ ਅ ਲੋਅਰ ਰੇਟ। ਦੈਟਸ ਦ ਥਿੰਕਿੰਗ ਬਿਹਾਈਂਡ ਇਟ, ਰਾਈਟ, ਬਟ ਆਈ ਥਿੰਕ ਦੈਟ ਥਿੰਕਿੰਗ ਇਜ਼ ਅ ਲਿਟਲ ਓਲਡ ਸਕੂਲ। When you retire, you know, ਤੁਸੀਂ ਚਾਹੁੰਦੇ ਹੋ ਕਿ I'm doing better, I don't want to worry about paying taxes, so that what I suggest to clients is, you know, RRSPs are not for everybody. ਕੋਈ ਬੰਦਿਆਂ ਲਈ they're ideal, ਅਗਰ ਤੁਹਾਡੇ ਕੋਲ T4 ਦੀ ਇਨਕਮ ਹੈਗੀ ਹੈ, they're really good for you. Yeah, if you need employment income for childcare deductions and stuff, they're really good for you. But otherwise, tax-free savings accounts are much better, in my opinion. ਜਾਂ ਅਗਰ ਤੁਹਾਡੀ incorporation ਹੈਗੀ ਹੈ, ਤੁਸੀਂ ਉਹ ਕੰਪਨੀ 'ਚ ਆਪਣੇ ਪੈਸੇ ਪਾਓ, ਕੰਪਨੀ ਨੂੰ grow ਕਰੋ, so that you have access to that cash ਜਦੋਂ ਤੁਹਾਨੂੰ ਲੋੜ ਹੈਗੀ ਹੈ ਅੱਗੇ ਜਾ ਕੇ। ਠੀਕ ਹੈ, ਇੱਕ ਇੰਪੋਰਟੈਂਟ ਪਾਰਟ ਇੱਥੇ ਹੈਗਾ ਕਿ ਜੀ ਜਦੋਂ ਫਰਜ਼ ਕਰ ਲਓ ਇੱਕ ਬੰਦਾ ਹੈ, ਉਹਦੀ ਇਨਕਮ $1.5 ਲੱਖ ਹੈ, ਉਹਨੇ ਐਗਜ਼ਾਮਪਲ ਹੈ ਕਿ ਜੀ $1.5 ਲੱਖ ਦੇ ਵਿੱਚੋਂ 2,000, 5,000, 10,000 ਜੋ ਵੀ ਉਹਨੇ ਕੱਢਿਆ ਉਹਦੇ ਵਿੱਚੋਂ ਔਰ ਉਹਨੇ RRSP 'ਚ ਪਾਤਾ, ਉਹ ਤੇ ਉਹਦੀ ਇਨਕਮ 'ਚੋਂ ਡਿਡਕਟ ਹੋ ਗਿਆ। ਪਰ ਜੇ ਫਰਜ਼ ਕਰ ਲਓ ਇੱਕ ਬੰਦਾ ਕਹਿੰਦਾ ਜੀ ਮੇਰੀ ਇਨਕਮ $1.5 ਲੱਖ ਹੈ ਜਾਂ $1 ਲੱਖ ਹੈ, ਹੁਣ $1 ਲੱਖ ਤੋਂ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਵਿੱਚ 5,000 ਜਾਂ 10,000 ਜਿਹੜਾ ਉਹਨੇ ਪਾਇਆ, ਉਹ ਡਿਡਕਟ ਤਾਂ ਨਹੀਂ ਹੋਏਗਾ ਉਹਦੀ ਇਨਕਮ? You don't get a deduction for it, but the benefit is ਜਿਹੜੀ ਵੀ ਤੁਹਾਡੀ ਉਹਦੇ 'ਚ ਇਨਕਮ ਗਰੋ ਹੋ ਰਹੀ ਹੈ, ਤੁਹਾਨੂੰ ਡਿਵੀਡੈਂਡ ਮਿਲ ਰਿਹਾ ਹੈ ਜਾਂ ਇੰਟਰਸਟ ਮਿਲ ਰਿਹਾ ਹੈ ਜਾਂ ਕੈਪੀਟਲ ਗੇਨ ਜੋ ਤੁਹਾਡੇ ਅਕਰੂ ਹੋ ਰਿਹਾ, they're all tax free.
that's one benefit. And second is ke you can access that cash anytime. RRSP which agar tusi retire hone to pehla paise cut deo, it goes into your taxable income, okay? But TFSA de na ki hega ke you don't get the deduction, but jadon tusi withdraw kar deo, you don't get penalized for that too. So if you want free access to cash, TFSAs are much better. It's a good option, but मेरा एक सवाल और भी है, आखिरकार इंटरेस्ट मिलता भी कितना है, या ये कि ठीक है जी वी जस्ट वांट टू प्ले सेफ, फिर तो ठीक है हाँ जी ਕਿਦੇ RRSP ਦੇ ਵਿੱਚ ਪਾਉਂਦੇ ਨੇ TFSA ਦੇ ਵਿੱਚ well it depends what you invest in, right? So ਜਿਹੜੇ same thing ਤੁਸੀਂ RRSP ਦੇ ਵਿੱਚ ਇਨਵੈਸਟ ਕਰ ਰਹੇ ਹੋ, so depends on your risk profile. ਅਗਰ ਤੁਸੀਂ GICs ਵਿੱਚ ਇਨਵੈਸਟ ਕਰ ਰਹੇ ਹੋ, you have the same GICs in tax free savings account. ਅਗਰ ਤੁਸੀਂ stocks ਖਰੀਦ ਰਹੇ ਹੋ, you can also buy stocks in your tax free savings account, so you can have the same portfolio. The benefit ਹੈਗਾ ਕਿ with tax free savings it's not taxed, the future gains are not taxed, which is what you want, right? ਕਿ ਜਦੋਂ ਤੁਸੀਂ retire ਕਰੋ, you don't want to have to worry about paying tax. ਠੀਕ ਹੈ ਜੀ ਸੋ ਜਿੰਨੀ ਵੀ ਮਨੀ ਤੁਹਾਡੀ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਵਿੱਚ ਗਰੋ ਹੋ ਰਹੀ ਹੈ ਦੈਟ ਉਹਦੇ ਉੱਤੇ ਕੋਈ ਵੀ ਤੁਸੀਂ ਅਗਰ ਤੁਹਾਨੂੰ ਇਨਕਮ ਵੀ ਆ ਰਹੀ ਆ ਸੋ ਦੈਟਸ ਟੋਟਲੀ ਟੈਕਸ ਫ੍ਰੀ That's tax free. ਠੀਕ ਹੈ ਜੀ ਠੀਕ ਹੈ ਜੀ ਇੱਕ ਹੋਰ ਅਹਿਮ ਸਵਾਲ ਇੱਥੇ ਬਣਦਾ ਹੈ ਕਿ ਜੀ ਬਹੁਤ ਸਾਰੇ ਸਾਡੇ ਦਰਸ਼ਕ ਨੇ ਜਿਹੜੇ ਕਈ ਵਾਰ ਕੋਈ ਲੋਕ ਇੰਡੀਆ ਤੋਂ ਆਉਂਦੇ ਨੇ ਤੇ ਉਹ ਕਹਿੰਦੇ ਜੀ ਠੀਕ ਹੈ ਜੀ ਸਾਡੇ ਪੇਰੈਂਟਸ ਸਾਡੇ ਨਾਲ ਰਹਿੰਦੇ ਨੇ ਤੇ ਹੋ ਗਏ 2 ਸਾਲ 5 ਸਾਲ ਤੇ ਇਹ ਤਾਂ ਕਦੇ ਇਹਨਾਂ ਨੇ ਕੰਮ ਨਹੀਂ ਇੱਥੇ ਕੀਤਾ ਹੈਗਾ ਤੇ ਫਿਰ ਇਹਨਾਂ ਦਾ ਕੋਈ ਸਾਨੂੰ ਰਿਟਰਨ ਭਰਨ ਦੀ ਜ਼ਰੂਰਤ ਕੀ ਹੈ ਜਦੋਂ ਇਨਕਮ ਕੋਈ ਨਹੀਂ ਹੈ ਤਾਂ ਫਿਰ ਇਨਕਮ ਟੈਕਸ ਰਿਟਰਨ ਦੀ ਕੀ ਜ਼ਰੂਰਤ ਹੈਗੀ ਹੈ ਜੀ Actually ਮੈਂ ਕਾਫੀ ਵਾਰੀ ਦੇਖਿਆ ਸਪੈਸ਼ਲੀ ਵਿਦ ਸਟੂਡੈਂਟਸ ਐਂਡ ਜਿਹੜੇ ਬਜ਼ੁਰਗ ਹੁੰਦੇ ਆ ਉਹ ਆਪਣੀ ਟੈਕਸ ਰਿਟਰਨ ਨਹੀਂ ਫਾਈਲ ਕਰਦੇ ਕਿਉਂਕਿ ਉਹ ਕਹਿੰਦੇ ਸਾਡੀ ਕੋਈ ਇਨਕਮ ਹੀ ਨਹੀਂ ਹੈ ਰਿਪੋਰਟ ਕਰਨ ਦੀ ਬਟ ਅਗਰ ਤੁਸੀਂ ਆਪਣੀ ਇਨਕਮ ਨਹੀਂ ਰਿਪੋਰਟ ਕਰੋਗੇ ਉਹਦੇ ਨਾਲ ਜਿਹੜੇ ਰਿਲੇਟਡ ਬੈਨੀਫਿਟਸ ਹੈਗੇ ਆ ਉਹ ਵੀ ਤੁਹਾਨੂੰ ਨਹੀਂ ਮਿਲਣਗੇ ਸੋ ਫॉर ਐਗਜ਼ਾਮਪਲ HST ਦਾ ਕ੍ਰੈਡਿਟ GST ਦਾ ਕ੍ਰੈਡਿਟ ਜਾਂ Ontario Trillium ਦਾ ਬੈਨੀਫਿਟ ਜਾਂ ਅਗਰ ਤੁਹਾਡੀ ਫੈਮਿਲੀ ਹੈਗੀ ਹੈ ਤੁਹਾਡੇ ਬੱਚੇ ਹੈਗੇ ਆ ਯੂਨੀਵਰਸਲ ਚਾਈਲਡ ਟੈਕਸ ਬੈਨੀਫਿਟ ਜਿਹੜਾ ਹੁਣ ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਬਣ ਗਿਆ ਯੂ ਡੋਂਟ ਗੈਟ ਦੋਸ ਬੈਨੀਫਿਟਸ ਅਗਰ ਤੁਸੀਂ ਸਟੂਡੈਂਟ ਹੈਗੇ ਹੋ ਯੂ ਪੇ ਟਿਊਸ਼ਨ ਫੀਸ ਠੀਕ ਹੈ ਅਗਰ ਤੁਸੀਂ ਟਿਊਸ਼ਨ ਫੀ ਨਹੀਂ ਪੇ ਕਰੋਗੇ then ਤੁਸੀਂ ਅਗਰ ਤੁਸੀਂ ਟੈਕਸ ਰਿਟਰਨ ਨਹੀਂ ਭਰੋਗੇ then ਤੁਹਾਡੀ ਟਿਊਸ਼ਨ ਫੀਸ CRA ਦੇ ਸਿਸਟਮ ਵਿੱਚ ਨਹੀਂ ਜਾਣਗੀਆਂ that you know I've paid these fees so I can use them in the future. ਠੀਕ ਹੈ ਇੱਕ ਹੋਰ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਿਹੜੇ ਫੋਰਨ ਵਰਕਰਸ ਹੈਗੇ ਆ ਉਹਨਾਂ ਦੇ ਉੱਤੇ ਕੁਝ ਸਵਾਲ ਹੈਗੇ ਕਿ ਉਹਨਾਂ ਦੇ ਕੁਝ ਬੈਨੀਫਿਟਸ ਜ਼ਰੂਰ ਕੱਟੇ ਜਾਂਦੇ ਗਵਰਨਮੈਂਟ ਵੱਲੋਂ ਬਟ ਐਂਡ ਆਫ ਦ ਡੇ ਇਵਨ ਵੈਨ ਦੇ ਲੀਵ ਉਹ ਜਿਹੜੀ ਪੇਮੈਂਟ ਹੈਗੀ ਆ ਉਹ ਯੂਟਿਲਾਈਜ਼ ਨਹੀਂ ਹੁੰਦੀ ਖਾਸ ਤੌਰ ਤੇ EIs I think yeah it's an unfortunate part of it but you pay into the system ਤੁਸੀਂ EI pay ਕਰਦੇ ਹੋ but ਜਦੋਂ ਤੁਸੀਂ you leave the country if you don't have a job before then you use the EI if you don't then you don't ਠੀਕ ਹੈ ਜੀ ਠੀਕ ਹੈ ਜੀ ਔਰ ਹੁਣ ਗੱਲ ਕਰਦੇ ਹੈਗੇ ਜੀ ਥੋੜੀ ਜੀ ਅਸੀਂ ਕਿ ਜੀ ਜਿਹੜੇ ਬਿਜ਼ਨੈਸਿਸ ਨੇ ਉਹ ਕੁਝ ਲੋਕ ਕਹਿੰਦੇ ਕਿ ਇਨਕੋਰਪੋਰੇਸ਼ਨ ਰਜਿਸਟਰ ਕਰਾਉਣੀ ਬੈਟਰ ਹੈ ਜਾਂ ਕੁਝ ਕਹਿੰਦੇ ਜੀ ਕਿ ਸੋਲ ਪ੍ਰੋਪਰਾਈਟਰਸ਼ਿਪ ਜਾਂ ਪਾਰਟਨਰਸ਼ਿਪ ਇਹਦੇ ਵਿੱਚ ਕੀ ਫਰਕ ਹੈ ਔਰ ਕਿਹੜੀ ਚੀਜ਼ ਬੈਟਰ ਹੈ ਜਾਂ ਖਰਾਬ ਹੈ ਸੋ ਇਹ ਤੁਹਾਡੀ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ ਸੋ ਅਗਰ ਅਸੀਂ ਪਹਿਲੇ ਸਮਝੀਏ ਕਿ ਇੱਕ ਇਨਕੋਰਪੋਰੇਟਡ ਕੰਪਨੀ ਹੁੰਦੀ ਕੀ ਹੈ ਠੀਕ ਹੈ ਇੱਕ ਇਨਕੋਰਪੋਰੇਟਡ ਕੰਪਨੀ ਇੱਕ ਵੱਖਰਾ ਬੰਦਾ ਹੁੰਦੀ ਹੈ ਇਟਸ ਲਾਈਕ ਅ ਸੈਪਰੇਟ ਪਰਸਨ ਜਿਹਦੇ ਆਪਣੇ ਐਸੈਟ ਹੁੰਦੇ ਆ ਆਪਣੀ ਲਾਇਬਿਲਿਟੀਆਂ ਹੁੰਦੀਆਂ ਆਪਣੀ ਫਾਈਲਿੰਗ ਦੀ ਆਬਲੀਗੇਸ਼ਨ ਹੁੰਦੀ ਹੈ ਸੋ ਲੈਟਸ ਸੇ ਹੁਣ ਤੁਸੀਂ ਆਪਣੀ ਟੈਕਸ ਰਿਟਰਨ ਪਰਸਨਲ ਟੈਕਸ ਰਿਟਰਨ ਭਰਦੇ ਹੋ ਅਗਰ ਤੁਸੀਂ ਇਨਕੋਰਪੋਰੇਟਡ ਹੈਗੇ ਹੋ ਤੁਹਾਨੂੰ 2 ਰਿਟਰਨਾਂ ਭਰਨੀਆਂ ਪੈਣੀਆਂ ਇੱਕ ਆਪਣੀ ਇੱਕ ਕੰਪਨੀ ਦੀ ਨਾਲ ਤੁਸੀਂ ਕੰਪਨੀ ਨੂੰ ਇਨਕੋਰਪੋਰੇਟ ਕਰਦੇ ਹੋ ਉਹਦੇ ਵੀ ਤੁਹਾਨੂੰ ਪੈਸੇ ਲੱਗਦੇ ਆ ਟੂ ਇਨਕੋਰਪੋਰੇਟ ਉਹਦੀ ਇਨਕੋਰਪੋਰੇਸ਼ਨ ਨੂੰ ਲੀਗਲੀ ਮੇਨਟੇਨ ਵੀ ਕਰਨਾ ਪੈਂਦਾ ਉਹਦੇ ਵੀ ਤੁਹਾਨੂੰ cost ਲੱਗਦੀ ਹੈ but the benefit of incorporating is ਇੱਕ ਤਾਂ ਤੁਸੀਂ ਆਪਣੇ expenses write off ਕਰ ਸਕਦੇ ਹੋ and second is ਤੁਹਾਨੂੰ small business ਦਾ rate ਮਿਲਦਾ ਹੈ if you are a Canadian controlled private corporation which is up to $500,000 of income is taxed at a flat 15% versus ਜੋ ਤੁਹਾਡੇ ਪਰਸਨਲ ਹੈਗੇ ਆ personal tax system works on brackets ਜਿੰਨੀ ਵਾਧੂ ਤੁਹਾਡੀ ਇਨਕਮ ਹੈ you go into the next tax bracket versus in a business if you're considered a small business corporation flat on $500,000 15% tax rate so whether you should incorporate or not ਤੁਹਾਨੂੰ 3 ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ first thing is ਕਿ ਜਿਹੜੀ ਵੀ ਤੁਹਾਡੀ ਇਨਕਮ ਕੰਪਨੀ 'ਚ ਜਾ ਰਹੀ ਹੈ ਕਿ ਤੁਸੀਂ ਸਾਰੀ ਕੱਢ ਲੈਣੀ ਹੈ because ਅਗਰ ਤੁਸੀਂ ਇਨਕਮ ਸਾਰੀ ਕੱਢ ਹੀ ਲੈਣੀ ਹੈ ਤੇ ਇਨਕੋਰਪੋਰੇਟ ਕਰਨ ਦਾ ਕੀ ਫਾਇਦਾ ਹੈ right so probably is not beneficial and second is ਕਿ ਤੁਹਾਡੇ ਪੇਰੋਲ ਹੋਣ ਤੇ ਕੀ ਤੁਹਾਨੂੰ ਬੈਨੀਫਿਟਸ ਦੇ ਰਿਹਾ ਯੂ ਨੋ ਤੁਹਾਡੇ ਪੇਰੋਲ ਤੇ ਹੋਣ ਤੋਂ ਤੁਹਾਡਾ ਡੈਂਟਲ ਕਵਰਡ ਹੈਗਾ ਮੈਡੀਕਲ ਕਵਰਡ ਹੈਗਾ ਡਿਸੇਬਿਲਿਟੀ ਲਾਈਫ ਇੰਸ਼ੋਰੈਂਸ ਅਗਰ ਤੁਸੀਂ ਬਾਹਰ ਜਾ ਕੇ ਉਹ ਬੈਨੀਫਿਟਸ ਲੈਂਦੇ ਹੋ ਵਟ ਇਜ਼ ਦ ਕਾਸਟ ਤੁਹਾਨੂੰ ਕਿੰਨਾ ਕੁ ਕਾਸਟ ਕਰੇਗਾ ਇਫ ਯੂ ਗੈਟ ਇਟ ਫਰਮ ਆਊਟਸਾਈਡ ਐਂਡ ਥਰਡ ਹੈਗਾ ਕਿ ਮੈਂ ਬਹੁਤ ਨੋਟਿਸ ਕੀਤਾ ਹੈ ਕਿ everybody just goes and ਸਾਰੇ incorporate ਕਰ ਲਓ you know that's the basic thing go and incorporate ਤੁਸੀਂ ਆਪਣੇ expenses write off ਕਰ ਲੋਗੇ what they don't realize is that the CRA has a category called a personal service business ਉਹ ਕੀ ਹੈਗਾ ਕਿ ਅਗਰ ਤੁਹਾਡੇ ਕੋਲ ਇੱਕੋ ਹੀ
ਕਲਾਇੰਟ ਹੈਗਾ, ਕਲਾਇੰਟ ਮਤਲਬ ਕਿ ਇੱਕੋ ਹੀ ਤੁਸੀਂ ਕੰਪਨੀ ਨਾਲ ਕੰਮ ਕਰਦੇ ਹੋ, ਸੋ ਯੂ ਹੈਵ ਐਨ EMPLOYER EMPLOYEE ਰਿਲੇਸ਼ਨਸ਼ਿਪ। CRA ਕਹਿੰਦੀ ਹੈ ਕਿ ਵਾਈ ਡਿਡ ਯੂ ਇਨਕੋਰਪੋਰੇਟ, ਯੂ ਨੋ ਕਿ ਯੂ ਆਰ ਏ ਪਰਸਨਲ ਸਰਵਿਸ ਬਿਜ਼ਨਸ, ਸੋ ਜਿਹੜੀ ਤੁਹਾਨੂੰ ਟੈਕਸ ਡਿਡਕਸ਼ਨਸ ਨੇ ਵੈਰੀ ਲਿਮਿਟਡ, ਜੋ ਤੁਹਾਡਾ ਟੈਕਸ ਰੇਟ ਹੈ ਇਜ਼ ਨਾਟ 15%, ਇਜ਼ ਮਚ ਹਾਇਰ। ਸੋ ਅਗਰ ਉਹਨਾਂ ਨੇ ਤੁਹਾਨੂੰ ਉਸ ਕੈਟੇਗਰੀ ਦੇ ਵਿੱਚ ਪਾਤਾ, ਵਿਚ ਆਈ ਥਿੰਕ ਅ ਲੋਟ ਆਫ ਪੀਪਲ ਆਰ ਇਨ, ਰਾਈਟ, ਦੇ ਆਰ ਵੇਜ਼ ਟੂ ਮਿਟੀਗੇਟ ਇਟ, then ਤੁਹਾਡੀ ਪੈਨਲਟੀਜ਼ ਆਰ ਸਵੀਅਰ। ਸੋ ਇਟਸ ਇੰਪੋਰਟੈਂਟ ਕਿ ਤੁਸੀਂ ਗੱਲ ਕਰੋ ਕਿ ਇਜ਼ ਇਨਕੋਰਪੋਰੇਸ਼ਨ ਰਾਈਟ ਫॉर ਯੂ। ਠੀਕ ਹੈ। ਔਰ ਦੂਸਰਾ ਜਿਹੜਾ ਜੀ ਕਈ ਵਾਰ ਬੰਦੇ ਕਹਿੰਦੇ ਆ ਕਿ ਜੀ ਜੇ ਅਸੀਂ ਫਰਜ਼ ਕਰ ਲਓ ਕਿ ਜੀ ਆਪਣੇ ਜਿਹੜੇ ਖਰਚੇ ਨੇ ਉਹ ਅਸੀਂ ਪਾਣੇ ਹੈਗੇ ਆ ਇਨਕੋਰਪੋਰੇਸ਼ਨ ਦੇ ਵਿੱਚ, ਹਾਂਜੀ, ਔਰ ਅਸੀਂ ਜੇ ਸੋਲ ਪ੍ਰੋਪਰਾਈਟਰਸ਼ਿਪ ਹੈਗੇ ਆ ਜਾਂ ਕਿਹੜੇ ਖਰਚੇ ਪੈ ਸਕਦੇ ਨਹੀਂ ਪੈ ਸਕਦੇ, ਇਹਦੇ ਬਾਰੇ ਬਹੁਤ ਜ਼ਿਆਦਾ ਕਨਫਿਊਜ਼ਨ ਹੈ, ਥੋੜਾ ਚਾਹਾਂਗਾ ਉਹਦੇ ਬਾਰੇ ਵੀ ਦੱਸ ਦਿਓ ਜ਼ਰੂਰ। ਸੋ ਮੈਂ ਕਲਾਇੰਟਸ ਨੂੰ ਕੀ ਐਕਸਪਲੇਨ ਕਰਦੀ ਹਾਂ ਕਿ ਜਦੋਂ ਤੁਸੀਂ ਇਨਕੋਰਪੋਰੇਟ ਕਰਦੇ ਹੋ, ਤੁਸੀਂ ਸੋਚੋ ਕਿ ਦੈਟਸ ਅ ਸੈਪਰੇਟ ਪਰਸਨ, ਇੱਕ ਵੱਖ ਟੈਕਸ ਪੇਅਰ ਹੈ, ਇੱਕ ਵੱਖ ਬੰਦਾ ਹੈ, ਠੀਕ ਹੈ। ਸੋ ਉਹਦੇ ਵੱਖ ਫਾਈਲਿੰਗ ਹੈ, ਤੁਹਾਡੀ ਵੱਖ ਫਾਈਲਿੰਗ ਹੈ, ਤਾਂ ਤੁਸੀਂ ਆਪਣੀ ਪਰਸਨਲ ਐਕਸਪੈਂਸਿਸ ਨੂੰ ਵੱਖ ਰੱਖੋ, ਕੰਪਨੀ ਦੀ ਐਕਸਪੈਂਸਿਸ ਨੂੰ ਵੱਖ ਰੱਖੋ। ਸੋ ਜਿਹੜੀ ਕੰਪਨੀ 'ਚ ਇਨਕਮ ਜਾ ਰਹੀ ਹੈ ਦੈਟਸ ਗੁੱਡ। ਆਪਣਾ ਇੱਕ ਸਿਸਟਮ ਬਣਾਓ ਜਿਹਦੇ 'ਚ ਤੁਹਾਨੂੰ ਪਤਾ ਹੈ ਕਿ ਹਰ ਮਹੀਨੇ ਮੈਨੂੰ 3,000 ਜਾਂ 4,000 ਡਾਲਰ ਚਾਹੀਦੇ ਆ ਕੰਪਨੀ 'ਚੋਂ ਕੱਢਣੇ। ਅਗਰ ਤੁਸੀਂ ਸਿਸਟਮ ਬਣਾਓਗੇ ਤਾਂ ਉਹਦੇ ਨਾਲ ਤੁਹਾਨੂੰ ਯੂ ਕੈਨ ਪ੍ਰੈਡਿਕਟ ਕਿ ਤੁਹਾਡਾ ਕਿੰਨਾ ਟੈਕਸ ਬਣਦਾ ਹੈ। ਅਦਰਵਾਈਜ਼ ਅਗਰ ਤੁਸੀਂ ਵੈਸੇ ਹੀ ਰੈਂਡਮਲੀ ਤੁਸੀਂ ਪੈਸੇ ਕੱਢਦੇ ਜਾ ਰਹੇ ਹੋ, ਰਾਈਟ, ਯੂ ਹੈਵ ਨੋ ਕੰਟਰੋਲ, ਤੁਹਾਨੂੰ ਨਹੀਂ ਪਤਾ ਹੋਏਗਾ ਕਿ ਮੈਨੂੰ ਕਿੰਨਾ ਕੁ ਟੈਕਸ ਪੈਣਾ ਹੈ। In terms of expenses, ਮੈਂ ਕੀ ਕਹਿੰਦੀ ਹਾਂ, ਸਰ ਮੈਂ ਇੱਕ ਮਿੰਟ ਇੰਟਰਰਪਟ ਕਰਾਂ, ਦਿਸ ਇਜ਼ ਵੈਰੀ ਗੁੱਡ ਪੁਆਇੰਟ। ਬਹੁਤ ਸਾਰੇ ਲੋਕ ਇਸੇ ਤਰ੍ਹਾਂ ਕਰ ਰਹੇ ਨੇ, ਹਾਂਜੀ, ਠੀਕ ਹੈ। ਫਰਜ਼ ਕਰ ਲਓ ਉਹਨੇ ਇਨਕੋਰਪੋਰੇਸ਼ਨ ਖੜੀ ਕਰ ਲਈ, ਠੀਕ ਹੈ, ਇਨਕੋਰਪੋਰੇਸ਼ਨ ਦੇ ਵਿੱਚੋਂ ਦੇ ਕੀਪ ਔਨ ਰੈਂਡਮਲੀ ਟੇਕਿੰਗ ਆਊਟ ਦ ਮਨੀ, ਬਿਕੋਜ਼ at the end of the day you need the money, you need the money, and you know the lines are blurred at that point ਕਿ ਠੀਕ ਹੈ ਜੀ ਤੁਸੀਂ ਪੈਸੇ ਕੱਢ, ਅੱਜ ਇਨਕੋਰਪੋਰੇਸ਼ਨ ਦੇ ਵਿੱਚ ਇੰਨੇ ਪੈਸੇ ਆ, ਤੁਸੀਂ ਕਹਿੰਦੇ ਜੀ ਅੱਜ ਚਲੋ ਜੀ ਮੋਰਗੇਜ ਆ ਗਈ ਇੰਨੇ ਪੈਸੇ ਕੱਢ ਲਏ, ਇਹ ਆ ਗਏ ਇੰਨੇ ਪੈਸੇ ਕੱਢ ਲਏ। ਉਹ ਫਿਰ ਐਟ ਦੀ ਐਂਡ ਆਫ ਦ ਈਅਰ ਉਹ ਹਿਸਾਬ ਕਿਤਾਬ ਜੇ ਫਰਜ਼ ਕਰ ਲਓ ਸਾਲ 2 ਸਾਲ, ਉਹ ਹਿਸਾਬ ਕਿਤਾਬ ਕਿੱਦਾਂ ਹੁੰਦਾ ਫਿਰ? ਔਰ ਰੈਵਨਿਊ ਕੈਨੇਡਾ ਇਟਸ ਵੈਰੀ ਹਾਰਡ। ਰੈਵਨਿਊ ਕੈਨੇਡਾ ਫਿਰ ਕਿੱਦਾਂ ਉਹਨੂੰ ਦੇਖਦਾ, ਕੀ ਕਰਦਾ ਰੈਵਨਿਊ ਕੈਨੇਡਾ? ਸੋ ਰੈਵਨਿਊ ਕੈਨੇਡਾ ਵਰਕਸ ਔਨ ਅ ਸਿਸਟਮ, evidence, ਤੁਸੀਂ ਉਹਨਾਂ ਨੂੰ ਕੀ ਐਵੀਡੈਂਸ ਦਿਖਾ ਸਕਦੇ ਹੋ। ਸੋ ਬੈਸਟ ਐਵੀਡੈਂਸ ਇਜ਼ ਬੈਂਕ ਸਟੇਟਮੈਂਟਸ, ਰਾਈਟ। ਤੁਹਾਡੇ ਬੈਂਕ ਵਿੱਚੋਂ, ਕਿਉਂਕਿ ਤੁਹਾਡੀ ਕੰਪਨੀ ਵੱਖਰੀ ਹੈ, ਇਟਸ ਅ ਟੈਕਸ ਪੇਅਰ, ਸੋ ਗਵਰਨਮੈਂਟ ਦ CRA ਹੈਜ਼ ਨਥਿੰਗ ਟੂ ਡੂ ਵਿਦ ਤੁਸੀਂ ਪਰਸਨਲੀ ਕੀ ਕੀਤਾ ਫॉर ਨਾਓ। ਫਰਸਟ ਦੇ ਲੁੱਕ ਐਟ ਦ ਕਾਰਪੋਰੇਸ਼ਨ ਦੇ ਬੈਂਕ ਵਿੱਚ ਕੀ ਗਿਆ, what are the transactions that went through the bank statement, ਤੇ ਜਿਹੜੇ ਵੀ cash went in is supposedly income, right? ਅਗਰ ਤੁਸੀਂ ਕੁਝ personally ਪਾਇਆ, they will ask you ਤੁਹਾਨੂੰ cash ਕਿੱਥੋਂ, where did you get the money to put the cash into the company? So ਜਿਹੜੀ income ਹੈਗੀ ਆ, income is easy because anything that goes into the bank is considered your income. Expenses ਦਾ ਹੈਗਾ, they require you to have receipts, ਤੁਹਾਨੂੰ ਰਿਸੀਟਸ ਰੱਖਣੀ ਪੈਂਦੀਆਂ। ਸੋ ਵਟ ਮੈਂ ਕਲਾਇੰਟਸ ਨੂੰ ਕੀ ਕਹਿੰਦੀ ਹਾਂ ਕਿ ਜਿਹੜੇ ਵੀ ਤੁਹਾਡੇ ਬਿਜ਼ਨਸ ਦੇ ਐਕਸਪੈਂਸਿਸ ਹੈਗੇ ਆ ਨਾ, ਤੁਸੀਂ ਇੱਕ ਵੱਖ ਕੰਪਨੀ ਦਾ ਕਾਰਡ ਲਓ, ਤੇ ਜਿਹੜੇ ਤੁਹਾਡੇ ਬਿਜ਼ਨਸ ਦੇ ਐਕਸਪੈਂਸਿਸ ਤੁਸੀਂ ਉਹ ਕਾਰਡ 'ਚੋਂ ਪੇ ਕਰੋ। ਸੋ ਯੂ ਹੈਵ 2 cards, one is business, one is personal. ਤੁਸੀਂ ਆਪਣੇ ਘਰ ਦੀ ਯੂਟਿਲਿਟੀਜ਼ ਦਾ ਬਿੱਲ ਪੇ ਕਰ ਰਹੇ ਹੋ, pay it on your personal card. Don't get the company involved because company and you are 2 different people. ਤੇ ਅਗਰ ਤੁਹਾਡੇ ਬਿਜ਼ਨਸ ਦੀ ਤੁਸੀਂ ਟੈਲੀਫੋਨ, ਤੁਹਾਡੇ ਸੈੱਲ ਫੋਨ ਦਾ ਬਿੱਲ, ਇਟਸ ਲੈਜਿਟਿਮੇਟ ਕਿ ਤੁਸੀਂ ਆਪਣਾ ਸੈੱਲ ਫੋਨ ਬਿਜ਼ਨਸ ਲਈ ਯੂਜ਼ ਕਰ ਰਹੇ ਹੋ, pay it out of the company. ਜਿੰਨਾ ਤੁਸੀਂ ਕੰਪਨੀ 'ਚੋਂ ਪੇ ਕਰ ਸਕਦੇ ਹੋ, the less you have to take out and pay the tax on it. ਠੀਕ ਹੈ। ਬੀਇੰਗ ਇਨ ਮੀਡੀਆ, ਇੱਕ ਸਵਾਲ ਤੁਹਾਨੂੰ ਪੁੱਛਦੇ ਹੈਗੇ ਆ। ਹਾਂਜੀ ਸ਼ੋਰ। ਬੀਇੰਗ ਇਨ ਮੀਡੀਆ, ਹੁਣ ਸਾਨੂੰ ਕਈ ਵਾਰ ਉਹ ਕਹਿੰਦੇ ਜੀ ਅਸੀਂ ਤਾਂ ਬੇਸਿਕ ਕੇਬਲ ਦੇ ਨਾਲ ਵੀ ਗੁਜ਼ਾਰਾ ਕਰ ਸਕਦੇ ਸੀਗੇ, ਬਟ ਘਰ ਦੇ ਵਿੱਚ ਬਿੱਲ ਜਿਹੜਾ ਆਉਂਦਾ ਜੀ ਇੰਟਰਨੈਟ ਦਾ, ਹਰ ਤਰ੍ਹਾਂ ਦੇ ਚੈਨਲ ਲਵਾਏ ਹੋਏ ਨੇ। ਹੁਣ ਹਾਊ ਡੂ ਯੂ ਡਿਫਰੈਂਸ਼ੀਏਟ ਕਿ ਘਰ ਦੇ ਵਿੱਚ ਜਿਹੜੇ ਉਹ ਚੈਨਲ ਸਾਰੇ ਲਗਾ ਕੇ ਬੈਠੇ ਹੋਏ ਆ, ਉਹਦੇ ਨਾਲ ਇੰਨਾ ਜ਼ਿਆਦਾ ਬਿੱਲ ਆਉਂਦਾ $200-300 ਮਹੀਨੇ ਦਾ, ਉਹ ਫਿਰ ਵਾਈਫ ਵੀ ਪੁੱਛਦੇ ਆ ਤੁਹਾਡਾ ਬਿੱਲ ਬੜਾ ਜ਼ਿਆਦਾ ਹੈ। ਹੁਣ ਉਹ ਹੈ ਕੰਮ, ਕਿਉਂਕਿ ਸਾਡਾ ਕੰਮ ਹੀ ਮੀਡੀਆ ਦਾ। ਇੱਕ ਤੁਸੀਂ ਕਿਆ ਇਹਨੂੰ ਜਸਟੀਫਾਈ ਕਰ ਸਕਦੇ ਹੋ ਕਿ ਕੱਲ ਨੂੰ ਇਹ ਜਿਹੜੇ ਪੈਸੇ ਨੇ ਜੀ ਇਹ ਤੁਸੀਂ ਬਿਜ਼ਨਸ ਦੇ ਖਾਤੇ ਪਾ ਸਕਦੇ ਹੋ ਕਿ ਨਹੀਂ ਪਾ ਸਕਦੇ? ਸੋ ਯੂਜੂਅਲੀ ਕੀ ਹੁੰਦਾ ਹੈ ਕਿ ਅਗਰ ਲੈਟਸ ਸੇ ਤੁਹਾਡੇ ਤੁਸੀਂ ਘਰੋਂ ਕੰਮ ਕਰਦੇ ਹੋ, ਯੂ ਯੂਜ਼ ਯੋਰ ਹਾਊਸ ਫॉर ਬਿਜ਼ਨਸ, ਠੀਕ ਹੈ, ਦੈਨ ਯੂ ਕੈਨ ਸੇ ਕਿ ਆਈ ਯੂਜ਼ 10-15% ਆਫ ਮਾਈ ਹਾਊਸ ਫॉर ਬਿਜ਼ਨਸ ਪਰਪਸ, ਫਿਰ ਤੁਸੀਂ ਉਹਨਾਂ ਕੋ ਰਾਈਟ ਆਫ ਕਰ ਸਕਦੇ ਹੋ। ਨਹੀਂ, ਪਰ ਜੇ ਘਰ ਨਹੀਂ ਵੀ ਯੂਜ਼ ਕਰਦੇ, ਘਰ ਦੇ ਵਿੱਚ ਤਾਂ ਚੈਨਲ ਇਸ ਲਈ ਚੱਲ ਰਹੇ ਹੁੰਦੇ ਆ ਕਿ ਜਦੋਂ ਬੰਦਾ ਘਰ ਜਾਏ ਤੇ ਕੋਈ ਗੱਲ ਨਹੀਂ, ਨਿਊਜ਼ ਵਗੈਰਾ ਸਾਰਾ ਟਾਈਮ ਯੂ ਹੈਵ ਟੂ ਕੀਪ ਯੋਰਸੈਲਫ ਅਪਡੇਟਡ at the end of the day. So the onus is on you. You have to prove to the CRA that how do you use this 100% for business, 50% for business, 75% for business. So if it's legitimate that you're in media, you have to keep yourself updated, right? So you do use the internet, then that's how you legitimize it to the government. How do you come up with a percent? CRA ਤੇ ਨਹੀਂ ਕਹਿ ਸਕਦਾ ਨਾ ਕਿ ਤੁਹਾਡਾ 90% ਯੂਜ਼ ਕੀਤਾ ਹੈ ਜਾਂ 70% ਯੂਜ਼ ਕੀਤਾ ਹੈ, ਬਟ ਯੂ ਹੈਵ ਟੂ ਸ਼ੋ them. So onus is on you as the taxpayer. ਠੀਕ ਹੈ ਜੀ। ਜੀ ਬਸ ਯੂਦੀ ਮੈਂ ਆਈ ਥਿੰਕ ਬਹੁਤ ਲੈਜੀਟਿਮੇਟ ਕੁਐਸਚਨ ਸੀਗਾ ਲਾਸਟ, ਬਹੁਤ ਇੰਟਰਸਟਿੰਗ
ਮਤਲਬ ਹੈਗਾ ਹੈ, ਕਿਉਂਕਿ ਹਰ ਕੋਈ, ਮੈਂ ਵੀ ਸੋਚ ਰਿਹਾ ਸੀਗਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਕੁਝ। ਨਹੀਂ ਜੀ ਬਿਲਕੁਲ, ਔਰ ਮੇਰੇ ਖਿਆਲ ਦੇ ਨਾਲ ਤੁਹਾਡੇ ਵੀ ਕਈ ਸਵਾਲ ਹੋਣਗੇ ਸਾਡੇ ਦਰਸ਼ਕਾਂ ਦੇ, ਸੋ ਅਸੀਂ ਦੱਸ ਦਈਏ ਕਿ ਤੁਸੀਂ ਹਰਪ੍ਰੀਤ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਸਕਰੀਨ ਦੇ ਉੱਤੇ ਇਸ ਵੇਲੇ ਇਹਨਾਂ ਦਾ ਜਿਹੜਾ ਫੋਨ ਨੰਬਰ ਹੈ ਉਹ ਆ ਰਿਹਾ, ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਬੜੀ ਹੋਰ ਡਿਟੇਲ ਦੇ ਵਿੱਚ ਕੋਈ ਵੀ ਤੁਹਾਡੀ ਜਾਣਕਾਰੀ ਤੁਸੀਂ ਲੈਣਾ ਚਾਹੋ ਤੇ ਤੁਸੀਂ ਲੈ ਸਕਦੇ ਹੋ। ਹਰਪ੍ਰੀਤ ਜੀ, ਮੈਂ ਚਾਹਾਂਗਾ ਕਿ ਬਰੀਫ ਦੇ ਵਿੱਚ ਤੁਸੀਂ ਆਪਣੇ ਬਾਰੇ ਜ਼ਰੂਰ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਸਾਂਝੀ ਕਰ ਦਿਓ। ਹਾਂਜੀ श्योर। मैं अपनी CPA CA यूनिवर्सिटी, एक्चुअली मैं अपनी BBA पहले यूनिवर्सिटी ऑफ टोरंटो तो की सी, पूरी मेरी पढ़ाई यूनिवर्सिटी इत्थे मैं पढ़ाई की है। फिर मैं अपनी CPA CA की विद इन अ ईयर। I started out with a one partner firm in Ajax, फिर I went downtown जिथे मैं I worked with a very like a mid-sized CPA CA firm. I was a senior manager. It's an audit firm. So the good thing with mid-sized firm is you get to see everything. So मैं small managed business nu भी देखिया, I saw how they operate, I saw some wealthy clients. So you pick up tips from everywhere, right? So मैं CRA the letter भी देखिया, how do they pick up tips with bigger businesses, how do they pick up tips with smaller businesses. So I have a vast array of experience dealing with the CRA, audits karane, reviews karane hai, personal tax returns, corporate tax returns, whole thing, and that's what I'm passionate about. So ਵੈਰੀ ਗੁੱਡ ਜੀ। ਔਰ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਜੀ ਤੁਹਾਡੀ ਕੋਈ ਆਡਿਟ ਆ ਗਈ ਹੈ ਜਾਂ ਕੁਝ ਆ ਗਿਆ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੈਗੇ ਹੋ। ਆਡਿਟਸ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਨਾ, ਲੇਕਿਨ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਆਡਿਟ ਤੁਹਾਡੀ ਨਾ ਆਵੇ। ਡੂ ਇਟ ਰਾਈਟ ਦ ਫਸਟ ਟਾਈਮ, ਤੁਸੀਂ ਪ੍ਰੋਪਰ ਫਾਈਲਿੰਗ ਕਰੋ, ਪ੍ਰੋਪਰ ਰਿਪੋਰਟਿੰਗ ਕਰੋ, ਪ੍ਰੋਪਰ ਤੁਸੀਂ ਟੈਕਸੇਸ਼ਨ ਕਰੋ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹਦੇ ਬਾਰੇ ਤੁਸੀਂ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਹਰਪ੍ਰੀਤ ਵਡੇਰਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਹਰਪ੍ਰੀਤ ਜੀ, ਤੁਸੀਂ ਅੱਜ ਸਾਡੇ ਸਟੂਡੀਓ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। thank you so much. Thank you. Very welcome. Channel Y, a South Asian Canadian channel. Call Rogers or Bell today and subscribe to Channel Y. Channel Y. For more information, visit southasiadaily.com. You are watching Channel Y. Channel Y, a South Asian Canadian channel.